ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਪੱਟੀ ਸਾਹਿਬ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ ਸਵੇਰੇ ਆਪਾਂ ਇੱਕ ਗੱਲ ਕਰ ਰਹੇ ਸਾਂ ਕਿ ਜੋ ਕੁਝ ਵੀ ਘਟਨਾਕ੍ਰਮ ਹੋਇਆ ਤੇ ਪਾਰਟੀਆਂ ਦੇ ਜਿਹੜੇ ਮੁਖੀ ਨੇ ਅਸਤੀਫੇ ਦੇ ਦਿੰਦੇ ਹੁੰਦੇ ਨੇ, ਪਰ ਇੱਥੇ ਮੈਂ ਨਾ ਮਾਨੂੰ ਵਾਲੀ ਸਥਿਤੀ ਆ। ਜਾਂ ਇਹ ਹੈ ਕਿ ਹੁਣ ਇੱਕ ਵਾਰੀ ਅਸਤੀਫਾ ਦੇ ਦਿੱਤਾ ਤੇ ਮੁੜ ਕੇ ਫਿਰ ਕਾਂਠ ਦੀ ਹਾਂਡੀ ਇੱਕੋ ਵਾਰੀ ਚੜ੍ਹਦੀ ਹੈ। ਉਹ ਪਤਾ ਲੱਗਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮਨ ਬਣਾ ਲਿਆ ਸੀ। ਵੈਸੇ ਤਾਂ ਉਹ ਬਾਹਰੋਂ ਪੜ੍ਹ ਲਿਖ ਕੇ ਗਏ ਨੇ, MBA ਬਾਹਰੋਂ ਕੀਤੀ ਨੇ, ਉਹਨਾਂ ਨੂੰ ਬਾਹਰ ਦੀਆਂ ਕੁਝ ਥੋੜ੍ਹੀਆਂ ਬਹੁਤੀਆਂ ਰਾਜਨੀਤਿਕ ਜਿਹੜੇ ਉੱਥੇ ਪੈਦੜੇ ਅਪਣਾ ਲੈਣੇ ਚਾਹੀਦੇ ਨੇ ਆਪਣਾ ਕੱਦ ਬੁੱਤ ਵੱਡਾ ਕਰਨ ਵਾਸਤੇ ਕਿ ਨਹੀਂ ਪਈ। ਜਦੋਂ ਮੇਰੀ ਅਗਵਾਈ ਦੇ ਵਿੱਚ ਅਸੀਂ ਲਗਾਤਾਰ ਹਾਰ ਰਹੇ ਹਾਂ ਤੇ ਮੈਨੂੰ ਇਸ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ, ਪਰ ਕੀ ਕਰੀਏ। ਉਹਨਾਂ ਦੇ ਉੱਤੇ ਉਹਨਾਂ ਦੇ ਵੱਡੇ ਬੈਠੇ ਹੋਏ ਨੇ, ਵੱਡੇ ਬਾਦਲ ਨੇ, ਉਹਨਾਂ ਨੂੰ ਰੋਕਿਆ। ਕਿਉਂ ਰੋਕਿਆ ਬਈ, ਤੇ ਕਿਉਂ ਰੁਕੇ? ਇਹ ਬੜਾ ਵੱਡਾ ਸਵਾਲ ਹੈ। ਪਹਿਲੀ ਗੱਲ ਤੇ ਇਹ ਆ ਜੀ 1998 ਦੇ ਇਹ ਹਰੇ ਸੀ ਕਿ ਇੱਕੋ ਬਾਈ ਇਲੈਕਸ਼ਨ ਹਰੇ ਸੀ ਕਿ ਥੋੜਾ ਸਮੇਂ ਛੋਟਾ ਜਿਹਾ ਕਹਿ ਦਿੱਤਾ ਤੇ ਬਾਦਲ ਸਾਹਿਬ ਤਿਲਮਲਾ ਉੱਠੇ ਸੀ, ਭਾਈ ਤੇਰੀ ਜਿੱਤ ਕਿਦਾ ਪਈ ਇੰਨੀ ਗੱਲ ਕਹਿਣ ਦੀ, ਤੇ ਮੁੜ ਕੇ ਉਹ ਗੱਲ ਕਿੱਥੋਂ ਦੀ ਕਿੱਥੇ ਪੁੱਜੀ। ਮੁੜ ਕੇ ਆਪਣੇ ਪੁੱਤ ਨੂੰ ਚੁੱਪ ਕਰਕੇ ਪ੍ਰਧਾਨ ਬਣਾਤਾ, ਪੁੱਛਿਆ ਹੀ ਨਹੀਂ ਕਿਸੇ ਨੂੰ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਂ ਪੇਸ਼ ਕਰਤਾ, ਬਣਾ ਦੇ ਜੀ ਪ੍ਰਧਾਨ। ਇਹੀ ਗੱਲ ਤੇ ਟੋੜਾ ਸਾਹਿਬ ਥਾਣੇ ਵਿੱਚ ਕਹਿੰਦੇ ਸੀ, ਭਾਈ ਕੋਈ ਆਪਣੇ ਸਿਪਾਹ ਸਲਾਰ ਨੂੰ ਜਿਹੜਾ ਤੁਹਾਡਾ ਵਿਸ਼ਵਾਸ ਪਾਤਰ ਨੂੰ ਬਣਾ ਦਿਓ ਪ੍ਰਧਾਨ, ਐਕਟਿੰਗ ਪ੍ਰਧਾਨ ਬਣਾ ਦਿਓ। ਹੁਣ ਸਵਾਲ ਇਹ ਪੈਦਾ ਹੁੰਦਾ, ਇੱਕ ਇਹਨਾਂ ਨੇ 13 ਮੈਂਬਰੀ ਕਮੇਟੀ ਬਣਾਈ ਸੀ 2022 ਦੀਆਂ ਫਰਵਰੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਵੀ ਇਹਦੀ ਸਮੀਖਿਆ ਕੀਤੀ ਜਾਵੇ, ਪਤਾ ਕੀਤਾ ਜਾਵੇ ਕਿ ਕਿੰਨਾ ਕਰਨਾ ਕੱਟਿਆ ਜਾਵੇ। ਇੱਕ ਮੁਲਾਜ਼ਮ ਇੱਕ ਇਹਨਾਂ ਵਰਕਰ ਨੂੰ ਪੁੱਛਿਆ ਆਪਣੇ ਪਿੰਡ ਜਾ ਕੇ, ਭਾਈ ਦੱਸ ਤੇਰਾ ਕੀ ਵਿਚਾਰ ਆ? ਕਹਿੰਦਾ ਆ ਮੇਰੇ ਘਰ ਮਿਸਤਰੀ ਲੱਗੇ ਆ, ਇਹਦੇ ਪਿੱਛੇ ਆ ਮਜ਼ਦੂਰ ਲੱਗਾ ਵਾਲਾ ਮਿਸਤਰੀ, ਇਹਨੂੰ ਪੁੱਛ ਲਓ ਕਿ ਤੁਸੀਂ ਕਿੰਨਾ ਕਰਨਾ ਕਰਕੇ ਰਹੇ, ਇਹਨੂੰ ਪਤਾ ਕਿੰਨਾ ਕਰਨਾ ਕਰਕੇ, ਤੁਹਾਨੂੰ ਨਹੀਂ ਪਤਾ, ਤੁਸੀਂ ਪੁੱਛਣ ਪਰੇ ਜੀ। ਚਲੋ ਉਹ ਕਮੇਟੀ ਨੇ ਆ ਕੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ, ਭਾਈ ਵੇਖੋ ਅਸੀਂ ਪਿੰਡ ਪਿੰਡ ਗਏ ਆ, ਸਾਰੇ ਹਲਕਿਆਂ 'ਚ ਗਏ ਆ, ਆਪਣੇ ਵਰਕਰ ਨੂੰ ਪੁੱਛਿਆ ਵਾ, ਸਮਰਥਕਾਂ ਨੂੰ ਪੁੱਛਿਆ ਵਾ, ਲੋਕਾਂ ਨੂੰ ਪੁੱਛਿਆ, ਸਾਰਿਆਂ ਨੇ ਕਿਹਾ ਕਿ ਲੀਡਰਸ਼ਿਪ ਤਬਦੀਲੀ ਚਾਹੀਦੀ ਜੇ ਸਰਵਾਈਵ ਕਰਨਾ ਤੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਮਨ ਬਣਾ ਲਿਆ, ਇਹਨਾਂ ਦੇ ਦੋ ਸਿਪਾਹ ਸਲਾਰ, ਇੱਕ ਰੋਜੀ ਪ੍ਰਕੰਦੀ ਤੇ ਇੱਕ ਇਹਨਾਂ ਦਾ ਜੂਸ ਦਾ ਪ੍ਰਧਾਨ ਅੰਟੀ ਰਮਾਣਾ, ਇਹ ਜਾ ਰਹੇ ਸੀਗੇ ਰਸਤੇ 'ਚ ਕਿਤੇ ਚਾਹ ਪਾਣੀ ਪੀਣ ਲੱਗੇ। ਕਹਿੰਦੇ ਬਾਦਲ ਸਾਹਿਬ ਜੇ ਤੁਸੀਂ ਅਸਤੀਫਾ ਦਿੱਤਾ ਤੇ ਸਾਡਾ ਕੀ ਬਣੂ, ਤੁਸੀਂ ਕਿੱਥੇ ਜਾਣਾ, ਤੁਸੀਂ ਅਸਤੀਫਾ ਨਾ ਦਿਓ, ਕੋਈ ਨਹੀਂ ਕੰਮ ਏਦਾਂ ਹੀ ਚੱਲਦੇ। ਕਹਿੰਦੇ ਚਲੋ ਠੀਕ ਨਹੀਂ। ਮੁੜ ਕੇ ਉਹ 13 ਮੈਂਬਰੀ ਕਮੇਟੀ ਦੀ ਰਿਪੋਰਟ ਆ ਗਈ, ਉਹਨਾਂ ਨੇ ਲਿਖ ਕਹਿ ਦਿੱਤਾ ਵੀ ਸਾਰੇ ਤਬਦੀਲੀ ਚਾਹੁੰਦੇ ਲੀਡਰਸ਼ਿਪ ਦੇ ਵਿੱਚ। ਫੈਸਲਾ ਹੋ ਗਿਆ ਕੋਰ ਕਮੇਟੀ 'ਚ ਪਈ, ਆਪਾਂ ਪਹਿਲਾਂ ਸੰਗਰੂਰ ਦੀ ਇਲੈਕਸ਼ਨ ਲਾ ਲਈਏ, ਉਦੋਂ ਬਾਅਦ ਅਗਲੀ ਕਾਰਵਾਈ ਕਰ ਲਾਂਗੇ ਵੀ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਹੈ। ਚਲੋ ਇਲੈਕਸ਼ਨ ਲੜ ਲਈ। ਸਰਦਾਰ ਸੁਖਬੀਰ ਸਿੰਘ ਬਾਦਲ ਪੂਰੇ ਕੌਨਫੀਡੈਂਟ ਸੀਗੇ ਵੀ ਅਸੀਂ ਜਦੋਂ ਬੰਦੀ ਸਿੰਘਾਂ ਦੇ ਨਾਂ ਤੇ ਇਲੈਕਸ਼ਨ ਲੜਾਂਗੇ ਤੇ ਸਾਡੀ ਜਿੱਤ ਯਕੀਨੀ। ਮਿਹਨਤ ਵੀ ਕਾਫੀ ਕੀਤੀ, ਇਹ ਵੀ ਨਹੀਂ ਕੀਤੀ, ਕਈ ਜਿਹੜੀ ਮੀਟਿੰਗਾਂ ਨੂੰ ਸੰਬੋਧਨ ਕੀਤਾ ਇੱਕ ਦਿਨ ਦੇ, ਲੇਕਿਨ ਉਹ ਗੱਲ ਨਹੀਂ ਬਣੀ, ਬਹੁਤ ਥੱਲੇ ਲੈਵਲ ਤੇ ਆ ਗਈ ਗੱਲ। ਫਿਰ ਚੱਲੀ ਕਿ ਹੁਣ ਕੀ ਕਰਨਾ। ਸੁਖਬੀਰ ਸਿੰਘ ਬਾਦਲ ਦੀ ਸਥਿਤੀ ਪੈ ਗਈ ਵੀ ਕੀ ਕੀਤਾ ਜਾਵੇ। ਇਹਦੇ ਵਿੱਚ ਹੀ ਕਿਸੇ ਨੇ ਕਹਿ ਦਿੱਤਾ ਕਿ ਆਪਣੇ ਸਭ ਤੋਂ ਨੇੜੇ ਬੰਦੇ ਜਿਹੜੇ ਆਪਣੇ ਵਫਾਦਾਰ ਨੇ, ਉਹ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ, ਤੁਸੀਂ ਏਦਾਂ ਕਰੋ ਵੀ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ। ਠੀਕ ਹੈ ਜੀ। ਸਿਪਾਹ ਸਲਾਰਾਂ ਨੇ ਫੇਰ ਰੋਕਿਆ ਜੀ, ਭਾਜੀ ਜੇ ਪ੍ਰਧਾਨਗੀ ਚਲੀ ਗਈ ਤੇ ਮੁੜ ਕੇ ਜਾਣਾ ਕਿਹੜੇ ਖੂਜ ਜੇ, ਇੱਕ ਵਾਰੀ ਚਲੀ ਗਈ ਮੁੜ ਕੇ ਵਾਪਸ ਮਿਲਣੀ। ਲੇਕਿਨ ਦਬਾਅ ਦੂਜੇ ਪਾਸੇ ਵੀ ਹੈਗਾ ਸੀਗਾ ਤੇ ਬਕਾਇਦਾ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ ਪ੍ਰੈਸ ਤੋਂ ਕਰਕੇ ਕਿਹਾ ਵੀ ਮੈਂ ਪ੍ਰਧਾਨ ਬਣਨ ਦੀ ਜਿਹੜੀ ਆ ਉਹ ਲਾਈਨ ਦੇ ਵਿੱਚ ਨਹੀਂ, ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਉਹੀ ਪ੍ਰਧਾਨ ਰਹਿਣਗੇ, ਸਾਡੀ ਪ੍ਰਧਾਨ ਬਦਲਣ ਦੀ ਕੋਈ ਇਰਾਦਾ ਨਹੀਂ। ਫਿਰ ਗੱਲ ਚੱਲੀ, ਚਲੋ ਵੀ ਇਹ ਵੀ ਗੱਲ ਮੁੱਕ ਗਈ ਹੈ।
ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇੱਕ ਸ਼ਰੀਫ ਜਿਹੇ ਵਿਅਕਤੀ ਨੇ, ਤੇ ਘਰ ਦੀ ਮੱਛੀ ਤੇ ਮਰਜ਼ੀ ਫੜ ਲਾਂਗੇ, ਇਹਨਾਂ ਨੂੰ ਪ੍ਰਧਾਨ ਬਣਾ ਦੇ। ਉਹਨਾਂ ਤੇ ਗੱਲ ਫਾਈਨਲ ਹੋ ਗਈ ਵੀ ਚਲੋ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜਾਏ। ਤੇ ਜਾ ਕੇ ਜਦੋਂ ਵੱਡੇ ਬਾਦਲ ਸਾਹਿਬ ਨੂੰ ਕਿਹਾ ਇੰਨੀ ਗੱਲ ਸੀ, ਪਾਪਾ ਅੱਜ ਅਸੀਂ ਆਹ ਫੈਸਲਾ ਕਰਕੇ ਆਏ, ਕਹਿੰਦਾ ਬਿਲਕੁਲ ਬਿਲਕੁਲ ਅਸਤੀਫਾ ਦੇ। ਕਹਿੰਦਾ ਕਿਉਂ? ਕਹਿੰਦਾ ਭਗਵੰਤ ਮਾਨ ਨੇ ਤੇਰੇ ਤੇ ਕੋਈ ਨਾ ਕੋਈ ਕੇਸ ਦਰਜ ਕਰਕੇ ਤੈਨੂੰ ਜੇਲ੍ਹ ਸੁੱਟਣਾ। ਇਹ ਗੱਲ ਨੋਟ ਕਰਨਾ ਮੇਰੀ ਅੱਜ ਤੂੰ ਪ੍ਰਧਾਨ ਤੇ ਤੇਰੇ ਮਗਰ 4 ਵਰਕਰ ਤੇਰੀ ਮੁਲਾਕਾਤ ਤੇ ਹੋਣਗੇ, ਤੇਰੇ ਹੱਕ 'ਚ ਕੋਈ ਮੁਜ਼ਾਹਰਾ ਵੀ ਕਰਨਗੇ। ਤੇ ਜੇ ਪ੍ਰਧਾਨਗੀ ਛੱਡਦੀ ਤੇ ਜੋ ਧਰਮ ਸੋਧ ਦਾ ਹਾਲ ਹੋਇਆ ਨਾ, ਉਹ ਹਾਲ ਤੇਰਾ ਹੋਇਆ। ਫਿਰ ਕਹਿਤਾ ਵੀ ਠੀਕ ਹੈ ਜੀ, ਤੁਸੀਂ ਕਹਿਤਾ ਆਪਾਂ ਅਸਤੀਫਾ ਨਹੀਂ ਦਿੰਦੇ, ਲੇਕਿਨ ਅੱਜ ਫਿਰ ਵੀ ਕੋਰ ਕਮੇਟੀ ਦੀ ਮੀਟਿੰਗ ਹੈਗੀ ਹੈ। ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲੈ ਜਾਣ ਉਹ ਤੁਹਾਨੂੰ ਦੱਸ ਦਿੰਦਾ ਵਾ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਬੀਬੀ ਦ੍ਰੋਪਦੀ ਮੁਰਮੂ ਖੜੀ ਰਾਸ਼ਟਰਪਤੀ ਦੇ ਅਹੁਦੇ, ਇਹਨਾਂ ਕੋਲੇ 5 ਵੋਟਾਂ ਨੇ। ਜੇ ਉਹਨਾਂ ਦੀ ਆਪਾਂ ਵੇਟੇਜ ਲਗਾ ਲਈਏ 1400 ਜਿਹੜੀ ਵੇਟੇਜ ਆ ਉਹ ਪੈਣੀ ਹੈ 2 ਪਾਰਲੀਮੈਂਟ ਦੀ। ਜਿਹੜੇ 3 ਹੈਗੇ ਉਹਨਾਂ ਦੀ ਮੇਰੇ ਖਿਆਲ 100 ਕਿ 150 ਦੇ ਕਰੀਬ ਵੇਟੇਜ ਹੈਗੀ ਇੱਕ ਵੋਟ ਦੀ। ਸਭ ਤੋਂ ਵੱਧ ਵੇਟੇਜ ਜਿਹੜੀ ਆ ਉਹ 208 ਕਿ 10 ਯੂਪੀ ਦੀ ਆ ਆਪੂ ਦੇ ਹਿਸਾਬ ਨਾਲ, ਤੇ ਸਭ ਤੋਂ ਘੱਟ 7 ਹੈਗੀ ਹੈ ਸਿੱਕਮ। ਹੁਣ ਇਹਦੇ ਵਿੱਚ 3 ਵੋਟਾਂ ਦੇ ਕੋਲ, 5 ਵੋਟਾਂ ਦੇ ਕੋਲ ਹੈਗੀਆਂ, 3 ਵਿਧਾਨ ਸਭਾ ਦੀਆਂ ਤੇ 2 ਪਾਰਲੀਮੈਂਟ। ਜੀ ਜੀ। ਇਹਨਾਂ ਨੂੰ ਕੱਲ ਜੇਪੀ ਨੱਡਾ ਨੇ ਆਪ ਫੋਨ ਕੀਤਾ ਵੀ ਨਰਪ੍ਰੀਤ ਸਿੰਘ ਜੀ ਵੋਟਾਂ ਸਾਨੂੰ ਪਾਇਓ, ਤੁਸੀਂ ਸਾਡੇ ਵੀਰਵਾਰ ਨੂੰ ਪਾਇਓ। ਹੁਣ ਉਹਦੇ ਬਾਰੇ ਤੇ ਜਦੋਂ ਕੱਲ ਪੁੱਛਿਆ ਗਿਆ ਚੰਦੂ ਮਾਜਰੇ ਨੂੰ, ਤੇ ਉਹਨੇ ਤਾਂ ਸਪਸ਼ਟ ਹੀ ਕਰਤਾ ਵੀ ਬਿਲਕੁਲ ਠੀਕ ਹੈ ਜੀ, ਅਸੀਂ ਭਾਜਪਾ ਨੂੰ ਬੜੀ ਬਾਹਰ ਨਹੀਂ ਜਾ ਸਕਦੇ, ਇਹਦਾ ਕਹਿਣ ਤੋਂ ਭਾਵੇਂ ਸੀ ਜਿੱਦਾਂ ਉਹਨੇ ਗੱਲ ਕੀਤੀ। ਲੇਕਿਨ अब ਇਹਨੇ ਫਿਰ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕੱਲ ਸਾਡੀ ਕੋਰ ਕਮੇਟੀ ਸੀ, ਕੋਰ ਕਮੇਟੀ 'ਚ ਫੈਸਲਾ ਕਰਾਂਗੇ ਕਿਹਨੂੰ ਵੋਟ। वो तो हुक्म आया सरकारी, हाथी के पाँव में सबका पाँव, तो बहाना लब देखो कि बिरसा सिंह वलटोहा तो कह चुका ये सार ਜਿਹੜੇ ਨੇ। ਜੀ ਜੀ। ਹੁਣ ਇਹ ਵੋਟ ਉਹਦੇ ਬਾਰੇ ਅੱਜ ਇਹ ਫੈਸਲਾ ਕਰਨਗੇ, ਤੇ ਉਸ ਕੋਰ ਕਮੇਟੀ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਹੋਰ ਕਿਹੜੀ ਚਰਚਾ ਹੁੰਦੀ ਉਹ ਤੇ ਫਿਰ ਆਪਾਂ ਕੱਲ ਹੀ ਡਿਸਕਸ ਕਰਾਂਗੇ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਰਸਤੇ ਇਦਾਂ ਹੀ ਜਿਹੜੇ ਜੁੜਦੇ ਹੁੰਦੇ ਨੇ, ਤਰੇੜਾਂ ਇਦਾਂ ਹੀ ਮਿਲਦੀਆਂ ਹੁੰਦੀਆਂ ਨੇ, ਸਬੰਧ ਇਦਾਂ ਹੀ ਬਣਦੇ ਹੁੰਦੇ ਨੇ। ਪਰ ਕੀ ਸਬੰਧ ਬਣਨਗੇ? ਜਿਹੜੀ ਪਾਰਟੀ ਸੰਗਰੂਰ 'ਚ 5ਵੇਂ ਨੰਬਰ 'ਤੇ ਆਈ ਹੈ, ਕਿਸੇ ਵੇਲੇ ਉਹ ਭਾਜਪਾ ਨੂੰ ਉਹਨਾਂ ਦੇ ਮਨ ਭਾਉਂਦੀਆਂ ਸੀਟਾਂ ਜਿੰਨੀਆਂ ਉਹ ਮੰਗਦੇ ਸੀ, ਨਹੀਂ ਉਦੋਂ ਵਧੀਆਂ ਵੀ ਨਹੀਂ ਦੇ ਕੇ ਰਾਜੀ ਸੀ ਵੀ ਸਾਡਾ ਬਲਬੂਤਾ, ਸਾਡਾ ਸੂਬਾ, ਸਾਡਾ ਸਰਕਾਰ, ਸਾਡੀ ਬੱਲੇ ਬੱਲੇ ਆ। ਤੇ ਕੀ ਉਹ ਉਹਨਾਂ ਦੇ ਹੁਣ ਉਹ ਗੋਡਾ ਧੋਣ ਤੇ ਰੱਖਦੇ ਨੇ, ਜਾਂ ਇਹ ਧੋਣ ਤੇ ਗੋਡਾ ਰੱਖਣ ਦਾ ਯਤਨ ਕਰਦੇ ਨੇ, ਤੇ ਉਹ ਰਖਾਉਣਗੇ? ਮਤਲਬ ਕੁਛ ਵੀ ਹੋਵੇ, ਇਹ ਤਾਂ ਤੈਅ ਹੈ ਕਿ ਜੇ ਜਿਹੜੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਸਾਹਿਬ ਆਪ ਪੇਪਰ ਦਾਖਲ ਕਰਾਉਂਦੇ ਨੇ, ਉਹਦਾ ਇਸ਼ਾਰਾ ਹੀ ਸਭ ਪਾਰਟੀਆਂ ਸਮਝਣਗੇ ਕਿ ਮੈਂ ਚੋਣ ਲੜ ਰਿਹਾ ਬਈ। ਜੀ ਜੀ, ਸਮਝ ਲੱਗੀ ਨਾ ਮੇਰੀ ਗੱਲ? ਤੇ ਉੱਥੇ ਇਹ ਭਾਵੇਂ ਮਾੜਾ ਮੋਟਾ ਤਿੰਗ ਵੜਿੰਗ ਵੀ ਹੁਣ ਰਾਸ਼ਟਰਪਤੀ ਉਹਨਾਂ ਦਾ ਬਣ ਜਾਣਾ, ਇਹਨਾਂ ਨੇ ਤਾਂ ਮਜਬੂਰੀ ਵਾਸੀ ਉਹਨਾਂ ਨਾਲ ਜੁੜਨਾ ਕਿ ਕੱਲ ਨੂੰ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਸੂਬੇ ਦੇ ਵਿੱਚ, ਕਿਉਂਕਿ ਸੂਬੇ ਦੀ ਸਰਕਾਰ ਕਿਹਦੀ ਆ? ਜਿਹਦਾ ਕੱਲ ਬਿਆਨ ਆਇਆ ਕਿ ਕੋਈ ਵੀ ਬੰਦਾ ਜਿਹੜਾ ਵਾ ਭ੍ਰਿਸ਼ਟਾਚਾਰ ਮੈਂ ਬਖਸ਼ੂੰਗਾ ਨਹੀਂ, ਭਾਵੇਂ ਜਿਹੜੀ ਮਰਜ਼ੀ ਪਾਰਟੀ ਚਲ ਜੇ, ਭਾਵੇਂ ਕਰਨਾ ਕਰਾਉਣਾ ਕੁਛ ਨਹੀਂ, ਡਰਾਵੇ ਦਬਕੇ ਹੀ ਹੁੰਦੇ ਨੇ। ਕੈਪਟਨ ਨੇ ਕੀ ਕੀਤਾ ਹੁਣ ਇਸ ਟਰਮ ਦੇ ਵਿੱਚ? ਦਬਕੇ ਮਾਰ ਛੱਡੇ, ਇੱਧਰੋਂ ਉਹਨਾਂ ਨੇ ਮਾਰ ਛੱਡੇ, ਉੱਧਰ ਉਹਨਾਂ ਨੇ ਮਾਰ ਛੱਡੇ, ਅਸੀਂ ਸੁਣਾ ਛੱਡੇ। ਕੀ ਹੋਇਆ? ਕੁਛ ਵੀ ਨਹੀਂ ਹੋਇਆ। ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਹਾਂਜੀ ਪਲੀਜ਼। ਜਿਹੜੀ ਰਾਸ਼ਟਰਪਤੀ ਦੀ ਚੋਣਾਂ ਦੀਆਂ ਉਹਦੀਆਂ ਕੁੱਲ ਵੋਟਾਂ 10,80,131 ਬਣਦੀ, ਤੇ ਜਿੱਤਣ ਵਾਸਤੇ 53,066 ਵੋਟਾਂ ਚਾਹੀਦੀ। 760 MP ਨੇ ਜਿਹਨਾਂ ਵੋਟ ਪਾਉਣੀ ਆ, ਉਹਨਾਂ ਦੀਆਂ 53,227 ਵੋਟਾਂ ਬਣਦੀਆਂ, 5,40,227। ਬਾਕੀ ਜਿਹੜੇ ਉਹ ਵਿਧਾਇਕ ਨੇ 4,033 ਵਿਧਾਇਕ ਨੇ, ਉਹਨਾਂ ਨੇ ਆਪਣੀਆਂ ਵੋਟਾਂ ਪੜੀਆਂ, ਉਹਨਾਂ ਦੀ ਜਿਹੜੀ ਵੈਲਿਊ ਆ ਉਹਦੀ ਵੇਟੇਜ ਜਿਹੜੀ ਆ ਉਹ ਸਟੇਟ ਟੂ ਸਟੇਟ ਵੱਖਰੀ।
ਹੁਣ ਇਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੇ ਵੀ ਪਹਿਲਾਂ ਵੀ ਡਿਸਕਸ ਕੀਤਾ, ਅੱਜ ਦੀ ਡੇਟ ਦੇ ਵਿੱਚ ਵੀ ਝਾਰਖੰਡ ਮੁਕਤੀ ਮੋਰਚਾ ਜੇ ਕਿਤੇ ਜਿਹੜਾ ਵਾ ਵਿਰੋਧੀ ਧਿਰ ਤੇ ਛੱਡ ਗਿਆ ਤੇ ਹਾਕਮ ਧਿਰ ਲਈ ਸਿਰਦਰਦੀ ਪੈਦਾ ਹੋਈ। ਜਿਹੜਾ ਬੀਜੂ ਪਟਨਾਇਕ ਸੀਗਾ, ਬੀਜੂ ਜਨਤਾ ਦਲ ਨਵੀਨ ਜਿਹੜਾ ਉਪ ਮੁੱਖ ਮੰਤਰੀ ਆ ਨਵੀਨ ਪਟਨਾਇਕ, ਜਸਵੰਤ ਸਿੰਘ ਨੂੰ ਖੜਾ ਕਰਨ ਵਾਲਾ ਉਹਨੂੰ ਕਿਹਾ ਭਾਈ ਪਹਿਲਾਂ ਤੂੰ ਆਪਣੀ ਜਿਹੜੀ ਬਕਾਇਦਾ ਤੌਰ ਤੇ TMC ਆ ਤਰਮੂਲ ਕਾਂਗਰਸ ਤੋਂ ਅਸਤੀਫਾ ਦੇ ਉਪ ਪ੍ਰਧਾਨ ਤੋਂ, ਫਿਰ ਤੂੰ ਇਲੈਕਸ਼ਨ ਲੜ, ਤੈਨੂੰ ਸਪੋਰਟ ਕਰਾਂਗੇ। ਉਹਨੇ ਅਸਤੀਫਾ ਵੀ ਦੇ ਦਿੱਤਾ। ਉਹਨੇ ਬਕਾਇਦਾ ਤੌਰ ਤੇ ਅਸਤੀਫਾ ਦੇਣ ਤੋਂ ਬਾਅਦ ਜਿਹੜਾ ਸੀ ਉਹ ਆਪਣੇ ਕਾਗਜ਼ ਵੀ ਕਰ ਦਿੱਤੇ ਤੇ ਮੁੜ ਕੇ ਜੋ ਦ੍ਰੋਪਦੀ ਮੁਰਮੂ ਦਾ ਆਇਆ ਨਾ ਵੀ ਨਾ, ਮੁੜ ਕੇ ਨਵੀਨ ਪਟਨਾਇਕ ਨੂੰ ਪਿੱਛੇ ਹੋਣਾ ਵੀ ਜਿਹੜੇ ਕਬੀਲੇ ਨਾਲ ਉਹ ਸੰਬੰਧ ਰੱਖਦੀ, ਉਸ ਕਬੀਲੇ ਦੇ ਬਹੁਤ ਸਾਰੇ ਲੋਕ ਉਹਦੀ ਸਟੇਟ ਦੇ ਵਿੱਚ ਰਹਿੰਦੇ, ਇਸ ਕਰਕੇ ਉੱਥੇ ਉਹਦੀਆਂ ਵੋਟਾਂ ਦੀ ਗੱਲ। ਹੁਣ ਜਿਹੜਾ KCR ਆ, ਕੇ ਚੰਦਰ ਰਾਓ ਰਾਜੂ ਤਲੰਗਾਨਾ ਵਾਲਾ, ਉਹ ਡੋਰ ਟੂ ਡੋਰ ਤੁਰਿਆ ਸਹੀ ਸੀ ਆਪਣਾ ਉਮੀਦਵਾਰ ਜਸਵੰਤ ਨਾਲ ਜਿਤਾਉਣੇ ਜਦੋਂ ਮਰਜ਼ੀ। ਉਹਦੇ ਵਿੱਚ ਉਹਨੇ ਕਿਹਾ ਵੀ ਮੈਂ ਜਾ ਕੇ ਸੁਖਬੀਰ ਬਾਦਲ ਨੂੰ ਮਿਲੂੰਗਾ ਤੇ ਆਪਦੇ ਭਗਵੰਤ ਮਾਨ ਨੂੰ ਮਿਲੂੰਗਾ। ਭਗਵੰਤ ਮਾਨ ਦੀ ਤੇ ਗੱਲ ਇਹ ਆ ਵੀ ਜੋ ਕੇਜਰੀਵਾਲ ਨੇ ਕਿਹਾ ਉਹ ਹੋਣਾ, ਬਾਕੀ ਭਗਵੰਤ ਮਾਨ ਦੇ ਬਸ ਕੁਝ ਹੈ ਹੀ ਨਹੀਂ। ਲੇਕਿਨ ਫਿਰ ਵੀ ਉਹ ਕਹਿੰਦਾ ਮੈਂ ਸਾਰਿਆਂ ਜਾ ਕੇ ਮਿਲੂੰਗਾ। 18 ਤਰੀਕ ਨੂੰ ਵੋਟਾਂ ਪੈਣੀਆਂ ਨੇ, ਉਦੋਂ ਪਹਿਲਾਂ ਅੱਜ ਦੀ ਡੇਟ ਦੇ ਵਿੱਚ ਵੀ ਜੇ ਵੋਟਾਂ ਦੀ ਗਿਣਤੀ ਕਰ ਲਈ ਵੀ ਤੇ ਵੋਟਾਂ ਵਿਰੋਧੀ ਧਿਰ ਦੇ ਉਮੀਦਵਾਰ ਕੋਲ ਉਹਨਾਂ ਨੂੰ ਜਾਂਦੀਆਂ। ਲੇਕਿਨ ਇਹ ਟਿਕਣਬਾਜ਼ੀਆਂ ਜਿਵੇਂ ਮਹਾਰਾਸ਼ਟਰ 'ਚ ਕੀਤਾ ਇਹਨਾਂ ਨੇ, ਉੱਥੋਂ ਵੋਟਾਂ ਤੋੜੀਆਂ, ਹੋਰ ਪਿੱਛੇ ਦਬਕੇ ਮਾਰ ਕੇ ਵੋਟਾਂ ਤੋੜਨਗੇ। ਆਮ ਆਦਮੀ ਪਾਰਟੀ ਨੇ ਮੈਨੂੰ ਉਮੀਦ ਜੋ ਇਹ ਦ੍ਰੋਪਦੀ ਮੁਰਮੂ ਦੀ ਹੱਕ 'ਚ ਭੁਗਤਣ, ਕਿਉਂਕਿ ਜੋ ਉੱਪਰੋਂ ਹੁਕਮ ਆ ਗਿਆ ਨਾ RSS ਵਾਲਿਆਂ ਦਾ ਕਿ ਨਹੀਂ ਵੀ ਇਸ ਪਾਸੇ ਜਾਣਾ ਆਪਾਂ ਤੇ ਭੁਗਤਣ ਦੇ ਹੱਕ ਦੇ ਜੀ। ਇਸ ਕਰਕੇ ਇਹ ਜਿਹੜੀ ਚੋਣ ਆ ਨਾ ਬੜੀ ਕੰਪਲੀਕੇਟਡ ਜੀ ਆ। ਉਦੋਂ ਬਾਅਦ ਮੁੜ ਕੇ ਇਹਦੇ ਵਿੱਚੋਂ ਸਿਰਫ ਇੱਕੋ ਹੀ ਹੈ ਜੀ, ਜਿਹੜੇ 12 ਮੈਂਬਰ ਨੋਮੀਨੇਟ ਕਰਦਾ ਨਾ ਰਾਸ਼ਟਰਪਤੀ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ। ਉਹ ਉਪ ਰਾਸ਼ਟਰਪਤੀ ਦੀ ਚੋਣ 'ਚ ਵੋਟ ਪਾ ਸਕਦੇ ਆ, ਲੇਕਿਨ ਰਾਸ਼ਟਰਪਤੀ ਦੀ ਨਹੀਂ ਵੋਟ ਪਾ ਸਕਦੇ। ਚਲੋ ਜੇ ਇੱਧਰ 92 ਜਿਹੜੇ ਨੇ ਉਹਨਾਂ ਦੀ ਕੋਈ ਥੋੜੀ ਬਹੁਤੀ ਜ਼ਮੀਰ ਜਾਗਦੀ ਹੋਈ ਜੀ, ਉਹਨਾਂ ਨੂੰ ਦਿਖਦਾ ਹੋਇਆ ਕਿ ਅੱਗੇ ਚੱਲ ਕੇ ਪੰਜਾਬ ਦੇ ਪੰਜਾਬੀਆਂ ਦੇ ਕੋਲੋਂ ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਬੈਂਕਾਂ ਦੇ ਵਿੱਚ ਜਾ ਕੇ ਵਿਚਰਨਾ ਹੈ। ਹਾਂਜੀ, ਫੇਰ ਤੇ ਉਹ ਜ਼ਮੀਰ ਤੋਂ ਜਿਵੇਂ ਕਹਿੰਦੇ ਨੇ ਕਿ ਰਾਜ ਸਭਾ ਦਾ ਜਿਹੜਾ ਬਜਟ ਪੰਜਾਬੀਆਂ ਤੋਂ ਪੁੱਛ ਕੇ, ਪਬਲਿਕ ਕੋ ਪੁੱਛ ਕੇ ਪਾਸ ਕੀਤਾ ਹੈ, ਅਪਣਾਇਆ ਵਾ, ਤੇ 780 ਕਰੋੜ ਉਹਨਾਂ ਨੇ ਦੇ ਦਿੱਤਾ ਸਾਨੂੰ ਬਈ ਆਹ ਨਹਿਰਾਂ ਪੱਕੀਆਂ ਕਰਨ ਵਾਸਤੇ ਜਿਹੜੇ ਬਾਹਰਲੇ ਸੂਬੇ ਲਈ ਜਾਂਦੀਆਂ ਨੇ ਉਹਨਾਂ ਲਈ 780 ਕਰੋੜ, ਤੇ ਜਿਹੜੀਆਂ ਪੰਜਾਬ ਦੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਭਾਵੇਂ ਸਾਲਾਂ ਤੋਂ ਪਾਣੀ ਨਹੀਂ ਆਇਆ, ਉਹਨਾਂ ਦੀ ਪਰਵਾਹ ਨਹੀਂ, ਉਹਨਾਂ 'ਚ ਘਾਹ ਬੂਟੇ ਜਿੰਨੇ ਉੱਗਦੇ ਉੱਗੀ ਜਾਣ ਦਿਓ। ਹਾਂਜੀ, ਦਰਿਆ ਸੁੱਕਦੇ ਸੁੱਕੀ ਜਾਣ ਦਿਓ, ਪਰ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ ਉਹਦੇ ਲਈ 780 ਕਰੋੜ ਪੰਜਾਬੀ ਦੇਣਗੇ। ਕੱਲ ਗੱਲ ਚੱਲਦੀ ਪਈ ਸੀ ਆਪਣੀ, ਇਹ ਪੰਜਾਬੀਆਂ ਨੇ ਦਿੱਤਾ ਹੈ, ਪੰਜਾਬੀਆਂ ਕੋਲ ਪੁੱਛ ਕੇ ਜੋ ਬਣਾਇਆ ਬਜਟ ਉਹਨਾਂ ਨੇ। ਖੈਰ ਆਪਾਂ ਅੱਗੇ ਚੱਲਦੇ ਹਾਂ। ਡਰੱਗ ਕੰਟਰੋਲ ਇੰਸਪੈਕਟਰ ਬਬਲੀਨ ਕੌਰ ਚਰਚਾ ਦੇ ਵਿੱਚ ਹੈ। ਇੱਕ ਸਾਲ ਵਿੱਚ ਕਹਿੰਦੇ ਕਿ 60 ਕੁ ਲਾਇਸੈਂਸ ਜਾਰੀ ਕੀਤੇ ਆ, ਕੀ ਕਹਿਣਾ ਚਾਹੋਗੇ? ਵੇਖੋ, ਜਿਹੜੀ ਬਬਲੀਨ ਕੌਰ ਦਾ ਪਿਛਲੀ ਹਿਸਟਰੀ ਸੀ ਬੜੀ ਵਧੀਆ ਸੀ, ਲੇਕਿਨ ਜਿਹੜਾ ਸਿਸਟਮ ਜਿਹੜਾ ਕਰਪਟ ਹੁੰਦਾ ਨਾ ਉਹ ਬੰਦੇ ਨੂੰ ਵਾਕਈ ਕਰਪਟ ਕਰਦਾ, ਆਪਣੇ ਨਾਲ ਜੋੜ। ਜਿੱਦਣ ਜਥੇਦਾਰ ਅਵਤਾਰ ਸਿੰਘ ਮੱਕੜ ਬਣੇ ਸੀ ਪ੍ਰਧਾਨ, ਅਸੀਂ ਸੋਚਦੇ ਜੀ ਇਹ ਬੜੇ ਇਮਾਨਦਾਰ ਬਾਪੂ ਜੀ, ਬੜੇ ਇਮਾਨਦਾਰ, ਇਹਨਾਂ ਕੁਛ ਨਹੀਂ ਕਰਨਾ। ਤੇ ਮੁੜ ਕੇ ਇੱਥੋਂ ਤੱਕ ਚਲੀ ਗਈ ਸੀ ਗੱਲ ਵੀ ਉਹਨਾਂ ਦੀ ਗੱਡੀ 24 ਘੰਟੇ ਚੱਲਦੀ ਸੀ, ਇੰਨਾ ਡੀ ਚ ਪੈਟਰੋਲ ਨਹੀਂ ਸੀ ਖਾਸੀ ਜਿੰਨਾ ਉਹਨੇ ਬਿੱਲ ਪਾਤੇ। ਸੁਪਰ ਫਾਸਟ ਇਸ ਤੋਂ ਗੱਲ ਚਲੀ ਗਈ। ਇਸ ਕਰਕੇ ਬਬਲੀਨ ਕੌਰ ਨੂੰ ਵੀ ਇਹਨੂੰ ਕਰਪਟ ਕੀਤਾ ਗਿਆ ਜਾਂ ਇਹ ਦੋਸ਼ ਨੇ, ਇਹ ਅਜੇ ਹਾਲ ਦੀ ਜਾਂਚ ਦਾ ਵਿਸ਼ਾ। ਜੇ ਬੀਬੀ ਇੰਸਪੈਕਟਰ ਜਿਹੜੀ ਬਲਮੀਨ ਕੌਰ ਆ, ਜਿੱਦਣ ਇਹਨੇ ਇਹ ਸਹੁੰ ਖਾਧੀ ਸੀ, ਜਿੱਦਣ ਇਹਦੀ ਜਿਹੜੀ ਨੇਹਾ ਛੋਰੀ ਜਿਹੜੀ ਫਰੈਂਡ ਸੀ ਗੋਲੀ ਮਾਰ ਕੇ ਮਾਰ ਦਿੱਤੀ ਗਈ ਸੀ ਕਿ ਮੈਂ ਨਹੀਂ ਡਰਦੀ, ਮੈਂ ਠੋਕ ਕੇ ਰੱਖੂੰਗੀ। ਉਸ ਤੋਂ ਬਾਅਦ ਇਹ ਬਦਲੀ ਕਿਵੇਂ ਫੜੇਗੀ, ਅਜੇ ਤੱਕ ਮੈਂ ਦਾਅਵੇ ਨਾਲ ਕਹਿੰਦਾ ਕਿ ਬੀਬੀ ਕੋਲੋਂ ਪੈਸੇ ਨਹੀਂ ਫੜੇ, ਸਿਰਫ ਬੀਬੀ ਤੇ ਦੋਸ਼ ਲੱਗੇ ਨੇ। ਉਹ ਹੁੰਦੀ ਆ ਗੱਲ, ਉਹ ਹੁੰਦੀ ਵੀ ਤੁਸੀਂ ਰੰਗੇ ਹੱਥੀਂ ਫੜੋ ਸਾਡੇ ਕੋਲ ਪੈਸੇ ਲੈ ਜਾਂਦੇ, ਉਹ ਤਾਂ ਕਿਤੇ ਹੈ ਨਹੀਂ।
ਉਹ ਤਾਂ ਸਿਰਫ ਫੋਰਥ ਕਲਾਸ ਕਹਿੰਦਾ ਵੀ ਇੰਨੇ ਪੈਸੇ ਦੇ ਦਿਓ ਬਬਲੀਨ ਕੋਲ, ਤੁਹਾਡਾ ਮੈਂ ਲਾਇਸੈਂਸ ਲੀਵ ਕਰਾਂ। ਉਹਦਾ ਕੀ ਹੈ, ਉਹ ਤਾਂ ਬਦਨਾਮ ਪਹਿਲੀ ਕਰਨ ਵਾਸਤੇ ਵੀ ਹੁੰਦਾ। ਬਿਲਕੁਲ ਬਿਲਕੁਲ, ਪਹਿਲੀ ਕਿਸੇ 30,000 ਦਿੱਤੀ ਹੈ ਤੇ ਤੁਸੀਂ ਫੜਾਤਾ ਉਹਨੂੰ। ਬਬਲੀਨ ਕੌਰ ਤੇ ਹੈ ਨਹੀਂ ਕਿਤੇ ਵੀ, ਉਹਨੂੰ ਪੁੱਛ ਪੜਤਾਲ ਕੀਤੀ, ਕਹਿੰਦਾ ਜੀ ਬਬਲੀਨ ਕੌਰ ਨੂੰ ਪੈਸੇ ਦੇਣੇ ਸੀ। ਬਬਲੀਨ ਕੌਰ ਨੂੰ ਰੈਸਪੀ ਜੀ ਨਹੀਂ ਗ੍ਰਿਫਤਾਰ ਕਰ ਲਿਆ। ਕੋਰਟ ਨੇ ਇਹੀ ਗੱਲ ਕਹਿਣੀ ਹੈ, ਤੁਸੀਂ ਬਬਲੀਨ ਕੌਰ ਨਾਲ ਤੁਹਾਡੀ ਕੋਈ ਵਾਰਤਾਲਾਪ ਹੋਇਆ, ਉਹ ਦੱਸੋ। ਕੋਈ ਵਾਰਤਾਲਾਪ ਨਹੀਂ। ਤੁਸੀਂ ਆਪਣਾ ਲਾਇਸੈਂਸ ਅਪਲਾਈ ਕੀਤਾ, ਠੀਕ ਹੈ, ਕੀਤਾ। ਬਬਲੀਨ ਕੌਰ ਨੇ 90 ਲਾਇਸੈਂਸ ਰਿਜੈਕਟ ਵੀ ਕੀਤੇ, ਇਹਦੀ ਗੱਲ ਨਹੀਂ ਕੀਤੀ। ਹੁਣ ਬਬਲੀਨ ਕੌਰ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ, ਇਹ ਜਿਹੜੇ ਜੱਜ ਦਾ ਵਿਸ਼ਾ ਵਾ। ਜੇ ਕਿਹਨੇ ਗਲਤੀ ਕੀਤੀ ਹੈ ਤੇ ਫਿਰ ਤਾਂ ਸਜ਼ਾ ਮਿਲਣੀ ਚਾਹੀਦੀ, ਤੇ ਜੇ ਨਹੀਂ ਕੀਤੀ ਤੇ ਫਿਰ ਨਿਰਦੋਸ਼ ਨੇ ਚੰਗੇ ਜਾ। ਚਲੋ, ਬੀਬੀ ਦੀ ਗੱਲ ਚੱਲ ਰਹੀ ਸੀ ਤੇ ਬੀਬੀ ਤੋਂ ਹੀ ਬਬਲੀਨ ਤੇ ਬਬਲੀਨ ਤੋਂ ਬੀਬੀਆਂ ਤੇ ਬੀਬੀਆਂ ਦਾ ਇੱਕ ਆਮ ਤੌਰ ਤੇ ਲਾਂਭਾ ਹੁੰਦਾ ਰਾਤ ਨੂੰ। ਉਹ ਕੋਈ ਗੱਲ ਨਹੀਂ, ਜਿੱਦਾਂ ਕਹੋਗੇ, ਜੋ ਕਹੋਗੇ ਕਰ ਲਾਂਗੇ, ਬਸ ਚਿੰਤਾ ਹੀ ਨਾ ਕਰੋ। ਮਿੱਤਰਾਂ ਦਾ ਨਾਂ ਚੱਲਦਾ, ਤੇਰਾ ਲਾਰਾ ਵੇ ਸ਼ਰਾਬੀਆਂ ਦੀ ਲੱਤ ਵਰਗਾ। ਸਵੇਰ ਦੇ ਰਾਤ ਦੇ ਵਪਾਰੀ ਹੋਰ, ਸਵੇਰ ਦੇ ਵਪਾਰੀ ਹੋਰ। ਪਰ ਪਤਾ ਲੱਗਾ ਕਿ ਬੀਬੀਆਂ ਨੇ ਇਹਨਾਂ ਨੂੰ ਬੋਲੀਆਂ ਵੀ ਪਾ ਦੇਣੀਆਂ ਥੋੜੇ ਦਿਨਾਂ ਬਾਅਦ। ਵੇਖੋ ਇੱਥੇ ਪਾਈਆਂ ਨਾ ਬੋਲੀਆਂ, ਜੀ 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 ਜੀ, ਬੜੀਆਂ ਚਰਚਾ ਦੇ ਵਿੱਚ ਨੇ, ਪਰ ਉਹ ਅਸੀਂ ਲਾ ਨਹੀਂ ਸਕਦੇ ਕਿਉਂਕਿ ਥੋੜਾ ਜਿਹਾ ਸਾਡਾ ਮਤਲਬ ਆਗਿਆ ਨਹੀਂ ਦਿੰਦਾ। ਪਰ ਬੀਬੀਆਂ ਨੇ ਵੱਟ ਕੱਢਦੇ ਤੇ ਕੁੜੀਆਂ ਯੂਨੀਵਰਸਿਟੀ ਵਾਲੀਆਂ ਨੇ, ਹਨਾ, ਭਗਵੰਤ ਮਾਨ ਦੇ ਤੇ। ਭਗਵੰਤ ਮਾਨ ਤੇ ਬੀਬੀਆਂ ਨੇ ਬੋਲੀਆਂ ਵੀ ਪਾਈਆਂ ਨੇ ਤੇ ਬੀਬੀਆਂ ਨੇ ਕੱਸਿਆ ਵਿਅੰਗ, ਤੇਰਾ ਲਾਰਾ ਵੇ ਸ਼ਰਾਬੀਆਂ ਦੀ ਲੱਤ ਵਰਗਾ। ਦੇਖੋ ਜੀ, ਬੀਬੀਆਂ ਨੂੰ ਇਹ ਪੂਰੀ ਆਸ ਸੀਗੀ ਵੀ ਇਸ ਸੈਸ਼ਨ ਦੇ ਵਿੱਚ ਸਾਡਾ 1000 ਰੁਪਇਆ ਜਿਹੜਾ ਇਹਨਾਂ ਨੇ ਕਿਹਾ ਕਿ 18 ਸਾਲ ਦੀ ਹਰ ਲੜਕੀ ਨੂੰ, ਹਰ ਮਾਤਾ ਨੂੰ, ਹਰ ਭੈਣ ਨੂੰ, ਹਰ ਬੀਬੀ ਨੂੰ ਜਿਹੜੇ ਇਹ ਪੈਸੇ 1000 ਰੁਪਏ ਦਿੱਤਾ ਜ਼ਮੀਨ ਤੇ ਵਿਰੋਧੀ ਧਿਰ ਕਹਿੰਦੀ ਆ ਕਿ 1 ਕਰੋੜ ਉਹਨਾਂ ਦੀ ਆਬਾਦੀ ਆ ਤੇ 1 ਕਰੋੜ 20,000 12,000 ਕਰੋੜ ਬਣਨਾ। 12,000 ਕਰੋੜ ਰੁਪਏ ਤੁਸੀਂ ਕਿੱਥੋਂ ਲੈ ਕੇ ਆਓ? ਤੁਹਾਡੇ ਕੋਲ ਸੋਚ ਕੀ ਹੈਗਾ? ਲੈਵਾਂਗੇ ਜੀ, ਕੋਈ ਗੱਲ। ਬੀਬੀਆਂ ਨੂੰ ਪੂਰੀ ਆਸ ਸੀਗੀ ਕਿ ਸਾਡੇ ਨਾਲ ਜੋ ਕਮਿਟਮੈਂਟ ਕੀਤੀ ਸੀ ਕੇਜਰੀਵਾਲ ਸਾਹਿਬ ਨੇ ਕਿ ਸਾਡੀ ਸਰਕਾਰ ਬਣ ਤੇ ਤੁਰੰਤ ਤੁਹਾਨੂੰ ਇਹ ਸਹੂਲਤ ਦਿੱਤੀ ਜਾਊ। ਉਹ ਵਿਚਾਰੀਆਂ ਕਾਰਡ ਜੇ ਬਣਾਉਂਦੀਆਂ ਫਿਰਦੀਆਂ ਨੇ, ਉਹਨਾਂ ਨੇ 1000 ਰੁਪਏ ਦੇ ਕਾਰਡਾਂ ਦੇ ਲਾਤਾ ਹੋਣਾ, ਇੱਧਰ ਕਦੀ ਇੱਧਰ ਕਦੀ ਉਧਰ, ਕਦੀ ਆਹ ਬੀਬੀ, ਕਦੀ ਆਹ ਬੀਬੀ, ਕਦੀ ਉਹ ਬੀਬੀ, ਕਦੀ ਆਹ ਬੀਬੀ ਲਿਆ, ਕਦੀ ਉਹ ਲਿਆ। ਹਾਂਜੀ, ਫਾਰਮ ਹੀ ਉਹ ਸੁਵਿਧਾ ਸੰਤਰ ਵਾਲੇ ਉਹਨਾਂ ਨੂੰ ਚੱਕਰ ਲਗਾਤੇ ਹੋਣੇ ਉਹਨੇ। ਤੇ ਹੁਣ ਉਹ ਇਹਨਾਂ ਨੇ ਕੱਲ ਉਹਨਾਂ ਦੀ ਮੰਗ ਨਹੀਂ ਪੂਰੀ ਕੀਤੀ, ਉਹ ਕਹਿੰਦੇ ਜਲਦੀ ਫਿਰ ਕਰਾਂਗੇ। ਤੇ ਬੀਬੀਆਂ ਕੋਲ ਫਿਰ ਇਹੋ ਗੱਲ ਕਹਿਣ ਦੀ ਲੜ ਲਿਆ ਕਿ ਤੇਰਾ ਲਾਰਾ ਵਿੱਚ ਸ਼ਰਾਬੀਆਂ ਦੀ ਲੱਤ ਵਰਗਾ। ਉਹਨਾਂ ਕਿਉਂ ਇਹ ਡੂੰਘੀ ਰਮਜ਼ ਮਾਰੀ ਆ, ਉਹ ਸਾਰੇ ਲੋਕੀ ਜਾਣਦੇ। ਕਿਆ ਬਾਤ ਹੈ ਜੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਚਲੋ ਆਖਰ ਕੋਈ ਤਾਂ ਬੋਲਿਆ। ਇਹਨਾਂ ਨੇ ਬੀਬੀਆਂ ਨੇ ਕਹਿਤਾ ਤੇਰਾ ਲਾਰਾ ਵੇ ਸ਼ਰਾਬੀਆਂ ਦੀ ਲੱਤ ਵਰਗਾ, ਮਤਲਬ ਸਿੱਧਾ ਹੀ ਕਹਿ ਦਿੱਤਾ ਜੋ ਵੀ ਕਹਿਣਾ। ਬਿਲਕੁਲ, ਮੈਂ ਕਿਹਾ ਸਾਰੇ ਜਾਣਦੀ ਹੈ। ਪੁਰਾਣੇ ਸਮੇਂ ਦੇ ਬੀਬੀਆਂ ਘੁੰਡ ਕੱਢ ਕੇ ਕਹਿ ਦਿੰਦੀਆਂ ਹੁੰਦੀਆਂ ਸੀ, ਭਾਈਆ ਜੀ ਥੋੜਾ ਜਿਹਾ ਸਿੱਧੇ ਹੋ ਕੇ ਬਵੋ। ਭਾਈਆ ਜੀ ਆਉਂਦੇ ਤੇ ਖੰਗੂਰਾ ਮਾਰ ਕੇ ਬੀਬੀਆਂ ਨੇ ਘੁੰਡ ਕੱਢਿਆ ਹੁੰਦਾ ਸੀਗਾ ਭਾਈਆ ਜੀ ਨੂੰ ਰੋਟੀ ਦੇਣ ਵਾਸਤੇ, ਹਨਾ। ਭਾਈਆ ਜੀ ਥੋੜੇ ਸਿੱਧੇ ਹੋ ਕੇ ਬਵੋ। ਹਾਂਜੀ, ਅੱਛਾ ਭਾਈਆ, ਉਹ ਬੀਬਾ ਕੋਈ ਨਹੀਂ, ਇੱਥੇ ਰੱਖਦੇ ਹੋਏ, ਹਨਾ। ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਸਵਾਲ ਚੁੱਕਿਆ, ਕਿਸੇ ਨੇ ਨਹੀਂ ਚੁੱਕਿਆ। ਮਾਨ ਸਰਕਾਰ ਵੱਲੋਂ ਜੋ ਮਾਨ ਸਾਹਿਬ ਦੇ ਇਸ ਵੇਲੇ ਜਿਹੜੇ ਸਿਪਾ ਸਲਾਰ ਜਾਂ ਉਹਦੇ ਜਿਹੜੇ ਚਾਹੁਣ ਵਾਲੇ ਸੁਣ ਰਹੇ ਨੇ, ਸਵਾਲ ਧਿਆਨ ਨਾਲ ਸੁਣੋ। ਚੋਣਾਂ ਤੋਂ ਪਹਿਲਾਂ ਮਾਨ ਸਾਹਿਬ ਕੀ ਕਹਿੰਦੇ ਸੀ? ਭਗਵੰਤ ਮਾਨ ਦੀ ਗੱਲ ਕਰ ਰਿਹਾ, ਪੰਜਾਬ ਦੇ ਚੀਫ ਮਿਨਿਸਟਰ ਦੀ। ਬੇਅਦਬੀ ਮਾਮਲਾ, ਬੇਅਦਬੀ ਮਾਮਲਾ, ਬੇਅਦਬੀ ਮਾਮਲਾ, ਬਹਿਸ ਨਾ ਕਰਵਾਏ ਜਾਣ ਦੇ ਉੱਤੇ ਜੇਕਰ ਕੋਈ ਬੋਲਿਆ ਤੇ ਢੀਂਡਸਾ ਸਾਹਿਬ ਨੇ ਆਲੋਚਨਾ ਕੀਤੀ ਹੈ। ਕਿੱਥੇ ਗਿਆ? ਬਣਦਾ ਨਹੀਂ ਸੀ ਕਿ ਇਸ ਮੁੱਦੇ ਨੂੰ 4 ਸਾਲ ਬਾਅਦ ਚੁੱਕਣਾ ਹੈ, ਸਮਾਂ ਦੇ ਦਿਓ। ਇਹ ਵੀ ਸਮਾਂ ਦੇਣ ਦੀ ਲੋੜ ਸੀ, ਸਾਨੂੰ ਸਮਾਂ ਦੇ ਦਿਓ। ਇਹਦੇ ਤੇ ਬਹਿਸ ਕਰਾਉਣ ਵਾਸਤੇ ਵੀ ਸਮਾਂ ਦੇਣ ਦੀ ਲੋੜ ਸੀ। ਪਾਟਿਲ ਸਾਹਿਬ ਮਾਫ ਕਰਨਾ, ਮੈਂ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਨਹੀਂ, ਨਾ ਕਿਸੇ ਪਾਰਟੀ ਦੇ ਵਿਰੋਧ 'ਚ। ਅੱਜ ਤੋਂ
4 ਸਾਲ ਜਾਂ 5 ਸਾਲ ਪਹਿਲਾਂ 6 ਸਾਲ ਪਹਿਲਾਂ ਦੀ ਤੁਸੀਂ ਕੱਢ ਲਓ, ਮਤਲਬ 4 ਸਾਲ ਪਹਿਲਾਂ ਦੀਆਂ 5 ਸਾਲ ਪਹਿਲਾਂ ਦੀਆਂ, ਜਿੱਦਣ ਕੈਪਟਨ ਸਾਹਿਬ ਬਣੇ ਨੇ ਤੇ ਇਹ ਆਪੋਜੀਸ਼ਨ 'ਚ ਬੈਠੇ ਨੇ, ਇਹਨਾਂ 15 ਦਿਨਾਂ ਬਾਅਦ ਕਾਂਗਰਸ ਨੂੰ ਸਵਾਲ ਸ਼ੁਰੂ ਕੀਤੇ ਸੀਗੇ। ਮਹੀਨਾ ਨਹੀਂ ਸੀ ਪੈਣ ਦਿੱਤਾ ਇਹਨਾਂ ਨੇ, ਜਦੋਂ ਕਿ 10 ਸਾਲ ਸ਼੍ਰੋਮਣੀ ਅਕਾਲੀ ਦਲ ਰਾਜ ਕਰਕੇ ਫੇਰ ਕਾਂਗਰਸ ਆਈ ਸੀ, ਹਨਾ ਜੀ ਜੀ। ਇਹਨਾਂ ਨੇ ਮਹੀਨਾ ਨਹੀਂ ਸੀ ਪੈਣ ਦਿੱਤਾ। ਇਹਨਾਂ ਦੇ ਪ੍ਰਧਾਨ ਨੇ, ਜਿਹਨੂੰ ਪ੍ਰਧਾਨ ਬਣਾਇਆ ਸੀ ਆਪੋਜੀਸ਼ਨ ਦਾ ਲੀਡਰ, ਮਹੀਨੇ ਦੇ ਵਿੱਚ 100 ਸਵਾਲ ਕਰ ਦਿੱਤੇ ਸੀ। ਉਦਣ ਕਿੱਥੇ ਗਏ ਸੀ ਆਮ ਆਦਮੀ ਪਾਰਟੀ ਵਾਲੇ ਕਿ ਇਹਨਾਂ ਨੂੰ ਯਾਰ ਸਮਾਂ ਦਿਓ, ਸਮਾਂ ਦਿਓ, ਸਮਾਂ ਦਿਓ। ਉਦਣ ਸਵਾਲ ਤੇ ਇਹਨਾਂ ਨੇ ਚੁੱਕੇ ਹੋ, ਉਹ ਵੀ ਚੱਕਣਗੇ ਤੇ ਮੀਡੀਆ ਵੀ ਚੱਕੂਗਾ। ਤੇ ਮੀਡੀਆ ਨੂੰ ਇਹ ਕਹਿ ਕੇ ਬੰਦ ਕਰਾ ਦਿੱਤਾ 70 ਸਾਲ ਦਾ ਹਿਸਾਬ ਤਾਂ। ਉਹ 70 ਸਾਲ ਦਾ ਭਾਈ ਨਹੀਂ, 70 ਸਾਲ ਦਾ ਕਿਉਂ? ਜੇ ਤੁਸੀਂ ਸਵਾਲ ਪੁੱਛ ਸਕਦੇ ਹੋ ਅਗਲੇ 15 ਦਿਨਾਂ ਦੇ ਵਿੱਚ ਵੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ, ਪਹਿਲੇ ਸੈਸ਼ਨ ਦੇ ਵਿੱਚ ਹੀ, ਇੱਥੇ ਕਿਉਂ ਨਹੀਂ ਬਈ? ਇੱਥੇ ਜੇ ਕੋਈ ਸਵਾਲ ਚੁੱਕਦਾ ਤੇ ਉਹਨੂੰ ਤੁਸੀਂ ਇਦਾਂ ਕਹਿ ਦਿੰਦੇ ਹੋ ਕਿ ਅਜੇ ਤਾਂ ਯਾਰ 3 ਮਹੀਨੇ ਵੀ ਨਹੀਂ ਹੋਏ ਭਗਵੰਤ ਮਾਨ ਦਾ ਡਾਇਲੌਗ ਕਿ ਬੱਚੇ ਨੂੰ ਦੰਦ ਵੀ ਨਹੀਂ ਆਉਂਦੇ। ਤੁਸੀਂ ਦੰਦੀਆਂ ਵੱਢਣੀਆਂ ਨੇ, ਤੁਸੀਂ ਦੰਦੀਆਂ ਵੱਢਣੀਆਂ ਨੇ। ਬੱਚੇ ਵਾਲੀ ਗੱਲ ਕਿੱਥੇ? ਤੁਸੀਂ ਬੱਚੇ ਹੋ, ਸਿਆਣੇ ਬਿਆਣੇ ਹੋ ਤੁਸੀਂ, ਤੁਹਾਨੂੰ ਸਮਝ ਨਹੀਂ। 2 ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੋ, ਪੜ੍ਹੇ ਲਿਖੇ ਸੂਝਵਾਨ ਲੋਕਾਂ ਨੂੰ ਤੁਸੀਂ ਖਿਲਾਰਿਆ, ਵੋਟਾਂ ਪਾਈਆਂ ਨੇ। ਹਾਂਜੀ, ਬਹਿਸ ਨਹੀਂ ਕਰਵਾਈ ਜਾਣ ਤੇ ਆਲੋਚਨਾ ਕੀਤੀ ਹੈ, ਕੀ ਕਹਿਣਾ ਚਾਹੋਗੇ? ਜੋ ਮੈਂ ਮਹਿਸੂਸ ਕੀਤਾ ਕੱਲ ਵੀ ਕਿ ਜਿਹੜੇ ਸਾਡੇ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਉਹਨਾਂ ਦੀ ਗੱਲ ਤੇ ਸੁਣ ਲਈ ਜਾਂਦੀ ਹੈ ਲੇਕਿਨ ਉੱਤੇ ਗੌਰ ਨਹੀਂ ਫਰਮਾਇਆ ਜਾਂਦਾ। ਕਿਉਂ ਨਹੀਂ ਫਰਮਾਇਆ ਜਾਂਦਾ? ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਸੀ ਗੱਲ ਕਿ ਬੇਅਦਬੀ ਦਾ ਮਾਮਲਾ ਜਿਹੜਾ ਬਹੁਤ ਜ਼ਰੂਰੀ ਹੈ, ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ। ਜਾਂ 10 ਮਿੰਟ ਮੈਨੂੰ ਦੇ ਦਿਓ ਕਿ ਮੈਂ ਆਪਣਾ ਪੱਖ ਪੇਸ਼ ਕਰ ਸਕਾਂ ਇਹਦੇ ਉੱਤੇ, ਤੇ ਜਾਂ ਇਹਦਾ ਹਾਊਸ ਦਾ ਅੱਧਾ ਘੰਟਾ ਹੋਰ ਸਮਾਂ ਵਧਾ ਦਿਓ ਤਾਂ ਕਿ ਉਹਦੇ ਚ ਬਹਿਸ ਹੋ ਸਕੇ। ਉਹਦੀ ਪ੍ਰੋਰਤਾ ਬਕਾਇਦਾ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਸੀ ਕਿ ਅਸੀਂ ਸਪੋਰਟ ਕਰਦੇ ਹਾਂ ਦੀ ਗੱਲ, ਇਹ ਬਹੁਤ ਜ਼ਰੂਰੀ ਮਾਮਲਾ ਹੈ। ਤੇ ਸਪੀਕਰ ਸਾਹਿਬ ਨੇ ਗੱਲ ਸੁਣ ਲਈ, ਨਾ ਉਹਦਾ ਸਮਾਂ ਵਧਾਇਆ ਤੇ ਨਾ 10 ਮਿੰਟ ਕੁੰਵਰ ਵਿਜੇ ਪ੍ਰਤਾਪ ਨੂੰ ਉੱਤੇ ਬੋਲਣ ਦਾ ਸਮਾਂ। ਸਪੀਕਰ ਸਾਹਿਬ ਦਾ ਮਾਫੀ ਮੰਗੀ ਸੀ ਨਾ ਅਕਾਲ ਤਖਤ ਸਾਹਿਬ ਤੋਂ। ਜੀ 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 ਮੰਗੀ। ਹਾਂ, ਤੇ ਫਿਰ ਬੇਅਦਬੀ ਵਾਲੇ ਮਾਮਲੇ ਨੂੰ ਤੁਸੀਂ ਹੁਣ ਪੂਛ ਨਾ ਲਾ ਕੇ ਵੇਖ ਲਓ। ਜੀ 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 ਜੀ। ਤੇ ਕਿੱਥੋਂ ਅਸੀਂ ਨਹੀਂ ਬੋਲਦੇ, ਸਮਝ ਨਹੀਂ, ਅਸੀਂ ਨਹੀਂ ਬੋਲਦੇ। ਕੀਤੀਆਂ ਹੋਈਆਂ ਗੱਲਾਂ ਸਾਨੂੰ ਬੁਲਾਉਂਦੀਆਂ, ਇਹਨਾਂ ਵੱਲੋਂ ਕੀਤੀਆਂ ਹੋਈਆਂ ਜਿਹੜੀਆਂ ਹਰਕਤਾਂ ਨੇ ਉਹ ਸਾਨੂੰ ਯਾਦ ਨੇ, ਅਸੀਂ ਉਹ ਨਾਲ ਲਿੰਕ ਕਰਦੇ ਹਾਂ, ਅਸੀਂ ਵਿਰੋਧੀ ਨਹੀਂ ਹਾਂ। ਪਲੀਜ਼ ਇਹਦੇ ਤੇ ਢੀਂਡਸਾ ਸਾਹਿਬ ਨੇ ਹੋਣਾ ਕਿਹਾ ਆਲੇ ਇੱਥੇ ਲੈ ਇਹਨਾਂ ਕਿ ਸਭ ਤੋਂ ਇੰਪੋਰਟੈਂਟ ਮੁੱਦਾ ਜਿਹੜਾ ਸੀ ਬੇਅਦਬੀ ਦਾ, ਜਿਸ ਮੁੱਦੇ ਨੂੰ ਤੁਸੀਂ ਵਿਖਾ ਦਿੱਤਾ। ਕੁੰਵਰ ਵਿਜੇ ਪ੍ਰਤਾਪ ਨੇ ਸਭ ਕੁਝ ਆਪਣੇ ਹੱਥੀਂ ਹੰਡਾਇਆ ਸੀ, ਇਸ ਕਰਕੇ ਉਹਨੂੰ ਟਾਈਮ ਦਿੱਤਾ ਜਾਣਾ ਚਾਹੀਦਾ ਸੀ ਤੇ ਇਹਦੇ ਤੇ ਬਹਿਸ ਕਰਾਈ ਜਾਣੀ ਸੀ। ਬਾਕੀ ਸਭ ਪਿੱਛੇ ਛੱਡ ਦਿੰਦੇ ਤੁਸੀਂ, ਤੇ ਬਹਿਸ ਕਰਾਈ ਜਾਣੀ ਸੀ ਕਿ ਕਿਉਂ ਨਹੀਂ ਇਨਸਾਫ ਮਿਲ ਰਿਹਾ। ਤੁਸੀਂ ਕੇਜਰੀਵਾਲ ਸਾਹਿਬ ਦੀਆਂ ਪਿਛਲੀਆਂ ਜਿਹੜੀਆਂ ਬਾਈਟਾਂ ਕੱਢ ਕੇ ਦਿੱਤੀ, ਉਹਨਾਂ ਕਿਹਾ ਜੀ ਸਾਡੀ ਸਰਕਾਰ ਬਣਨ ਦੇ ਬਾਅਦ 48 ਘੰਟਿਆਂ ਦੇ ਵਿੱਚ ਬੇਅਦਬੀ ਦਾ ਮੁੱਦਾ ਹੱਲ। ਅੱਜ 48 ਦਿਨ ਵੀ ਲੰਘ ਗਏ ਤੇ ਕਈ 100 ਦਿਨ ਵੀ ਲੰਘ ਗਿਆ, ਸਭ ਕੁਝ ਹੋ ਗਿਆ ਤੇ ਉਹਦਾ ਮਸਲਾ 48 ਮਹੀਨੇ ਲੰਘ ਲੈਣ ਦਿਓ, 48 ਮਹੀਨੇ ਲੰਘ ਲੈਣ ਦਿਓ, ਕਿਉਂਕਿ ਬਾਹਰੋਂ ਚੌਕ 48 ਤੇ ਆਖਰੀ ਸਾਲ ਦੇ ਵਿੱਚ ਇਹ ਮੁੱਦੇ ਫੇਰ ਜਿਵੇਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸਾ ਪਲਟ ਗਏ ਨਾ, ਕਿਉਂਕਿ ਉੱਤੋਂ ਫੋਨ ਆ ਗਿਆ, ਅੱਜ ਤੇ ਬਾਜੀ ਫੇਰ ਉਹਨਾਂ ਦੇ ਹੱਥ ਵਿੱਚ ਆ ਗਈ ਆ। ਹੁਣ ਭਗਵੰਤ ਮਾਨ ਉਹਨਾਂ ਦੀ ਵਾਹ ਵਾਹ ਨਹੀਂ ਵੇਖ ਸਕਦਾ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਲ ਆਓ ਖੇਡਾਂ ਖੇਡੀਏ। ਕੱਲ ਸੁਖਬੀਰ ਸਿੰਘ ਬਾਦਲ ਨੂੰ ਬਕਾਇਦਾ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਿਹੜਾ ਸੀ ਉਹ ਪੁੱਛਿਆ ਗਿਆ ਸਵਾਲ ਤੇ ਉਹ ਪਾਸਾ ਵਟ ਕੇ ਬਸ ਉਹ ਅਮਨ ਜੀ ਖਬਰਾਂ ਸੁਣਾ ਕੇ ਗਏ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਪੰਥ ਤਾਂ ਰੱਖਿਆ ਵੋਟਾਂ ਜੀ ਪਾਉਣ ਨੂੰ, ਮੁੱਦੇ ਉਠਾਉਣ ਨੂੰ, ਉਹ ਵੀ ਰਾਜ ਸੱਤਾ ਤੋਂ ਬਾਹਰ ਹੋ ਕੇ। ਆ ਬਿੱਲੀ ਥੈਲਿਓ ਬਾਹਰ ਇਹਨੂੰ ਕਹਿੰਦੇ ਆਉਣਾ, ਮਾਫ ਕਰਨਾ। ਜੀ ਜੀ ਚਲੋ ਫਿਰ ਕੱਲ ਸ਼ਾਮ ਨੂੰ ਮਿਲਦੇ ਆ, ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।